मैं हूं तारक चौधरी। मज़ीद अच्छी वीडियोस के लिए हमारे चैनल को सब्सक्राइब कीजिए और बर वक्त मालूमात के लिए बेल आइकन प्रेस कीजिए। बिस्मिल्लाहिर्रहमानिर्रहीम। अस्सलाम वालेकुम दोस्तों, आज एक फार्म के ऊपर आया हूँ। ये दोस्त है मेरे और इन्होंने अभी रिसेंटली ये इसको स्टार्ट किया है और इनसे भी बात करते हैं और पूछते हैं कि कैसा एक्सपीरियंस रहा। इन्होंने मेरे ख्याल 1-2 साल हो गए इनको, तो अभी बात करते हैं इनसे और मज़ीद मालूमात जो है फिर वो हमें इनसे मिलेगी। अस्सलाम वालेकुम राशिद साहब। वालेकुम अस्सलाम वरहमतुल्लाहि माइक छड़ वबरकातुहू। दे। तो ਸੁਣਾਓ सर की हाल चाल ने। अल्हम्दुलिल्लाह अल्लाह की रहमत है जी। ਅੱਛਾ ਰਾਸ਼ਿਦ ਸਾਹਿਬ, ਤੁਸੀਂ ਵੱਛਿਆਂ ਦਾ ਕੰਮ ਕਰ ਰਹੇ ਹੋ ਔਰ ਕੱਟਿਆਂ ਦਾ ਕਰ ਰਹੇ ਹੋ, ਜੀ ਜੀ ਗਾਈਆਂ ਦਾ ਦੁੱਧ ਦਾ ਕਿਉਂ ਨਹੀਂ ਕਰ ਰਹੇ? ਜੀ ਮੈਂ ਵੈਸੇ ਸ਼ੌਕ ਰੱਖਦਾ ਸੀ ਕੱਟੇ ਬੱਚੇ ਕੁਰਬਾਨੀ ਵਾਸਤੇ ਤਿਆਰ ਕੀਤੇ ਜਾਣ, ਲੇਕਿਨ ਇਨਸ਼ਾਅੱਲਾ ਆਇੰਦਾ ਤੋਂ ਇਹ ਕਿ 1 ਸਾਲ ਬਸ ਮੈਨੂੰ 2 ਸਾਲ ਹੋਏ ਕੰਮ ਕਰਦੇ ਹੋਏ, ਆਇੰਦਾ ਇਨਸ਼ਾਅੱਲਾ ਨਾਲ ਗਾਈਆਂ ਦਾ ਵੀ ਦੁੱਧ ਵਾਲੀਆਂ ਦਾ ਵੀ ਕੰਮ ਕਰਾਂਗੇ। ਯਾਨੀ ਕਿ ਤੁਹਾਡਾ ਜ਼ੇਨ ਹੈ ਕਿ ਉਹ ਵੀ ਨਫੇ ਵਾਲਾ ਕੰਮ ਹੈ, ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪ੍ਰੋਫਿਟੇਬਲ ਕੰਮ। Profitable ਅੱਛਾ, ਤੇ ਬੱਕਰੀਆਂ ਦਾ ਕਾਰੋਬਾਰ ਜਿਹੜਾ ਉਹਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ? ਮਾਸ਼ਾਅੱਲਾ ਬਹੁਤ ਜ਼ਿਆਦਾ ਜੀ। ਮੈਂ ਬੱਕਰੀਆਂ ਦਾ ਵੀ ਬਹੁਤ ਸ਼ੌਕ ਰੱਖਦਾ ਹਾਂ, ਸਿਰਫ ਫਿਲਹਾਲ ਸਾਨੂੰ ਹਲੇ ਜਗ੍ਹਾ ਦੀ ਪ੍ਰੋਬਲਮ ਹੈ, ਜਗ੍ਹਾ ਬਹੁਤ ਕਮ ਹੈ, ਜਿਹਦੀ ਵਜ੍ਹਾ ਨਾਲ ਮੈਂ ਹਲੇ ਨਹੀਂ। ਇਨਸ਼ਾਅੱਲਾ ਆਇੰਦਾ ਸਾਲ ਤੋਂ ਆਪਾਂ ਜਗ੍ਹਾ ਵੀ ਵੱਡੀ ਖੁੱਲੀ ਲੈ ਲਈਏ, ਉਹਦੇ ਵਿੱਚ ਕਾਰੋਬਾਰ ਕਰਾਂਗੇ, ਨਾਲ ਬੱਕਰੀਆਂ ਦਾ ਵੀ ਔਰ ਕਟਿਆਂ ਬੱਚਿਆਂ ਦਾ, ਦੁੱਧ ਲਈ ਗਾਈਆਂ ਦਾ ਟੋਟਲੀ ਇਨਸ਼ਾਅੱਲਾ ਰੱਖਾਂਗੇ ਜੀ। ਅੱਛਾ, ਤੇ ਤੁਸੀਂ ਸਾਊਦੀ ਅਰਬ ਵੀ ਰਹਿ ਕੇ ਆਏ ਹੋ ਤੇ ਮੈਨੂੰ ਲੱਗਦਾ ਬਦੂਆਂ ਨੇ ਤੁਹਾਨੂੰ ਵਾਹਵਾ ਹੀ ਤੰਗ ਕੀਤਾ। ਵਾਹ ਜੀ, ਤੰਗ ਵੀ ਕੀਤਾ ਲੇਕਿਨ ਕੁਝ ਹਾਲਾਤ ਸਾਥ ਨਹੀਂ ਦਿੱਤੇ। ਮੇਰਾ ਅਲਹਮਦੁਲਿਲਾ ਅੱਲਾ ਦੀ ਰਹਿਮਤ ਨਾਲ ਉੱਥੇ ਵੀ ਕਾਰੋਬਾਰ ਬਹੁਤ ਅੱਛਾ ਸੀ, ਅਲਮੂਨੀਅਮ ਦੀ ਸ਼ਾਪ ਸੀ, ਲੇਕਿਨ ਹੁਣ ਤੇ ਹਾਲਾਤ ਹੀ ਇੰਨੇ ਭੈੜੇ ਹੋ ਗਏ ਸੀ ਜਿਹਦੀ ਵਜ੍ਹਾ ਨਾਲ ਛੱਡ ਕੇ ਆਉਣਾ ਪੈ ਗਿਆ। ਲੇਕਿਨ ਹੁਣ ਅਲਹਮਦੁਲਿਲਾ ਮੈਂ ਆ ਕੇ ਫਿਰ ਇੱਥੇ ਅਲਮੂਨੀਅਮ ਦਾ ਕੰਮ ਨਹੀਂ ਕੀਤਾ। ਸਾਡਾ ਸ਼ਹਿਰ ਛੋਟਾ ਹਾਸਲਪੁਰ, ਇੰਨਾ ਵੱਡਾ ਸ਼ਹਿਰ ਨਹੀਂ, ਜਿਹਦੀ ਵਜ੍ਹਾ ਨਾਲ ਇੱਥੇ ਇੰਨੀ ਕਾਮਯਾਬੀ ਨਹੀਂ ਅਲਮੂਨੀਅਮ ਦੇ ਵਿੱਚ ਕੰਮ ਦੇ ਵਿੱਚ। ਹੁਣ ਇੱਥੇ ਆਪਣੇ ਇਲਾਕੇ ਦੇ ਹਿਸਾਬ ਨਾਲ ਯਾਨੀ ਕਿ ਜਾਨਵਰਾਂ ਦੇ ਕੰਮ ਨੂੰ ਮੈਂ ਸ਼ੁਰੂ ਕੀਤਾ, ਲੇਕਿਨ ਅਲਹਮਦੁਲਿਲਾ ਬਹੁਤ ਮਜ਼ਾ ਆ ਰਿਹਾ ਮੈਨੂੰ ਕੰਮ ਦੇ ਵਿੱਚ। ਅਤੇ ਥੋੜ੍ਹੀਆਂ ਬਹੁਤ ਤੰਗੀਆਂ ਪਰੇਸ਼ਾਨੀਆਂ ਹੈ ਵਾ, ਲੇਕਿਨ ਇਨਸ਼ਾਅੱਲਾ 1-2 ਸਾਲ ਦੇ ਵਿੱਚ ਮੇਰੀਆਂ ਉਹ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। ਹੁਣ ਤੁਸੀਂ ਇਸ ਕੰਮ ਤੋਂ ਮੁਤਮਈਨ ਹੋ? ਅਲਹਮਦੁਲਿਲਾ 95% ਮੁਤਮਿਨ ਹਾਂ ਜੀ ਫਿਲਹਾਲ। ਠੀਕ, ਚਲੋ ਸਾਨੂੰ ਜ਼ਰਾ ਆਪਾਂ ਵੱਛੇ ਦੇਖਦੇ ਹਾਂ ਤੇ ਵੱਛਿਆਂ ਦੇ ਬਾਰੇ 'ਚ ਥੋੜ੍ਹਾ ਜਿਹਾ ਦੱਸੋ। ਆ ਜਾਓ ਇਧਰਲੀ ਸਾਈਡ ਤੇ ਆਓ। ਅੱਛਾ, ਤੇ ਇਹ ਨਾ ਕਿੰਨੀ ਉਮਰ ਹੈ ਇਸ ਬੱਚੇ ਦੀ? ਇਸ ਬੱਚੇ ਦੀ ਮਾਸ਼ਾਅੱਲਾ ਮੂੰਹ ਕੈਮਰੇ ਨੂੰ ਕਰੋ। ਹਾਂਜੀ ਮਾਸ਼ਾਅੱਲਾ ਇਸ ਬੱਚੇ ਦੀ 2 ਸਾਲ ਉਮਰ ਹੋ ਗਈ ਹੈ। ਅੱਛਾ, ਤਕਰੀਬਨ 5-6 ਮਹੀਨੇ ਤੱਕ ਇਹ 2.5 ਸਾਲ ਪੂਰੀ ਹੋ ਜਾਏਗੀ ਈਦ ਤੋਂ ਪਹਿਲੇ। ਠੀਕ ਹੋ ਗਿਆ, ਇਹ ਤੋਂ ਪਹਿਲੇ ਪੂਰੀ ਹੋ ਜਾਏਗੀ। ਤੇ ਇਹ ਤੁਸੀਂ ਨਾ ਇਸ ਕਿੰਨੇ ਲੈ ਕਿੰਨੇ ਦੇ ਨੇ? ਬੱਚੇ ਸਾਰੇ ਸਾਡੇ ਕਿ ਸਾਰੇ 40 ਤੋਂ 45 ਦੀ ਐਵਰੇਜ ਹੈਗੀ ਹੈ, ਕੋਈ 42 ਦਾ, ਕੋਈ 40 ਦਾ, ਕੋਈ 45 ਇਸ ਤਰ੍ਹਾਂ ਹੈ ਜੀ। ਵੰਡਾ ਵੀ ਖਿਲਾ ਰਹੇ ਹੋ ਉਹਨਾਂ ਨੂੰ? ਹਾਂਜੀ ਵੰਡਾ ਮੈਂ ਸ਼ੁਰੂ ਕੀਤਾ ਹੋਇਆ। ਵੰਡਾ ਇਹ ਜੀ ਪਹਿਲੇ ਜੋ ਸਟਾਰਟ 'ਚ ਲਿਆ ਸੀ ਬਿਲਕੁਲ ਕਮਜ਼ੋਰ ਹੀ ਸੀਗੇ, ਇੰਨੇ ਕੋਈ ਜ਼ਿਆਦਾ ਨਹੀਂ ਸੀ। ਅਲਹਮਦੁਲਿਲਾ 2 ਮਹੀਨੇ ਦੇ ਵਿੱਚ ਸ਼ੁਕਰ ਆ, ਦੇਖ ਲਓ ਕਿੰਨਾ ਅੱਛਾ ਹੈਗਾ। ਹੁਣ ਕਿੰਨੇ ਇਹਦੀ ਪ੍ਰਾਈਸ ਹੋਏਗੀ ਇੱਕ ਬੱਚੇ ਦੀ? ਇਹ ਕਮ ਤੋਂ ਕਮ ਵੀ ਲਾਈਏ ਤਾਂ 50 ਦੀ ਐਵਰੇਜ ਤਾਂ ਹੈ ਵਾ। 50,000 ਦੀ? ਤੋਂ 55 ਦੇ ਵਿੱਚ ਇੰਨਾ ਕੁ ਤੇ ਖਰਚਾ ਵੀ ਹੋ ਗਿਆ ਹੋਣਾ, ਇੰਨਾ ਕੁ ਤਾਂ ਖਾ ਪੀ ਗਿਆ ਹੋਣਾ। ਹਾਂਜੀ ਫਿਲਹਾਲ ਹਲੇ ਮੈਨੂੰ ਕਮੀਆਂ ਪੇਸ਼ੀਆਂ ਸੀਗੀਆਂ ਨਾ, ਜਿਹਦੀ ਵਜ੍ਹਾ ਨਾਲ ਮੈਨੂੰ ਹਲੇ ਯਾਨੀ ਕਿ ਕੋਈ ਫੀਡ ਵਗੈਰਾ ਪਹਿਲੇ ਸਟਾਰਟ 'ਚ ਨਹੀਂ ਸ਼ੁਰੂ ਕੀਤੀ, ਲੇਕਿਨ ਅਲਹਮਦੁਲਿਲਾ ਇੰਨਾ ਨਹੀਂ ਖਾਦਾ, ਕੋਈ ਬੱਚਤ ਹੈ ਹਜੇ ਵੀ ਵੇਚੀ ਤੇ ਬੱਚਤ ਹੈਗੀ ਹੈ। ਆਪਾਂ ਤਾਂ ਕੁਰਬਾਨੀ 'ਤੇ ਵੇਚਣੇ ਆ ਇਨਸ਼ਾਅੱਲਾ। ਤੇ ਕੁਰਬਾਨੀ ਤੱਕ ਤੁਹਾਡਾ ਅੰਦਾਜ਼ਾ ਹੈ ਕਿੱਥੇ ਇਹਨਾਂ ਦਾ ਰੇਟ ਜਿਹੜਾ ਨਾ, ਇੱਕ ਅੰਦਾਜ਼ਾ ਯਾਨੀ ਕਿ ਜਿਹੜਾ ਅਲਟੀਮੇਟ ਜਿਹੜਾ ਮਾਰਕੀਟ ਦਾ ਰੇਟ ਆ ਉਹ ਕਿੰਨਾ ਕੁ ਇਹਨਾਂ ਦਾ ਬਣ ਸਕਦਾ? ਇਹਦਾ ਸਰ ਮੈਨੂੰ ਆਪਣੇ ਜ਼ਿਹਨ ਦੇ ਮੁਤਾਬਕ ਇਨਸ਼ਾਅੱਲਾ ਜੇ ਕੁਛ ਵੀ ਨਾ ਹੋਇਆ ਤੇ 90 ਤੋਂ ਲੱਖ ਦੇ ਵਿੱਚ ਇਨਸ਼ਾਅੱਲਾ ਨਿਕਲਾਂਗੇ। ਬਾਕੀ ਕੁਛ ਜ਼ਿਆਦਾ ਵੀ ਹੋ ਸਕਦਾ, ਘੱਟ ਵੀ ਹੋ ਸਕਦਾ। ਤੇ ਤੁਸੀਂ ਇਸੇ ਮੰਡੀ ਦੇ ਵਿੱਚ ਦਿਲਚਸਪੀ ਲੈਂਦੇ ਹੋ ਜਾਂ ਲਾਹੌਰ, ਕਰਾਚੀ ਵਗੈਰਾ ਕਿਸੇ ਵੱਡੇ ਸ਼ਹਿਰ ਤੋਂ ਰੁੱਖ ਕਰੋਗੇ? ਹਾਲੇ ਮੈਂ ਬਿਲਕੁਲ ਨਵਾਂ ਬੰਦਾ, ਯਾਨੀ ਕਿ 1-2 ਸਾਲ 'ਚ ਹੀ ਹੈ, ਲੇਕਿਨ ਇਨਸ਼ਾਅੱਲਾ ਆਇੰਦਾ ਸਾਲ ਤੋਂ ਮੈਂ ਕੋਈ ਹੋਰ ਮੰਡੀਆਂ ਵੀ ਘੁੰਮਾਂਗੇ। ਹਾਲੇ ਫਿਲਹਾਲ ਬੁੱਧ ਮੰਡੀ ਤੋਂ ਜਿੰਨਾ ਮਾਲ ਲਿਆ ਵਾ, ਕਿਤੇ ਹੋਰ ਨਹੀਂ ਗਏ। ਜ਼ਿਲ੍ਹਾ ਵਿਹਾੜੀ ਲੁੱਡਨ ਚੋਂ? ਹਾਂਜੀ ਲੁੱਡਨ ਮੰਡੀ ਤੋਂ। ਤੇ ਇਹ 3 ਹੀ ਵੱਛੇ ਆ ਤੇ ਬਾਕੀ ਆ ਕੱਟੇ ਨੇ? ਹਾਂਜੀ 4 ਘਟੇ ਇਹ ਤੇ 3 ਬੱਚੇ ਆ, 1 ਗਾਂ ਦੁੱਧ ਵਾਸਤੇ ਆਪਣੀ। ਠੀਕ ਹੋ ਗਿਆ। ਤੇ ਇਹ ਗਾਂ ਕਿਹੜੀ ਹੈ? ਗਾਂ ਜੀ ਸਾਹੀਵਾਲ, ਆਪਣੇ ਸਾਹੀਵਾਲ ਕਰਾਸ ਇਹਨੂੰ ਕਿਹਾ ਜਾਂਦਾ। ਵਲੈਤੀ ਕਰਾਸ? ਵਲੈਤੀ ਕਰਾਸ, ਹਾਂਜੀ ਵਲੈਤੀ ਕਰਾਸ ਗਾਂ ਹੈ। ਤੇ ਉਮਰ ਕਿੰਨੀ ਕੁ ਹੈ ਇਸ ਗਾਂ ਦੀ? ਉਮਰ ਸਾਰੇ ਦੀ ਤਕਰੀਬਨ 2.5 ਸਾਲ ਤੋਂ ਉੱਤੇ ਹੈ, 3 ਸਾਲ ਦੇ ਕਰੀਬ। ਤੇ ਇਹਦਾ ਬੱਚਾ ਬੁੱਚਾ ਹੈ ਨਹੀਂ ਕੋਈ? ਬੱਚਾ ਹੈ ਜੀ, ਛੋਟਾ ਬੱਚੜਾ, ਉਹ ਦੇਖੋ। ਠੀਕ ਹੋ ਗਿਆ। ਅੱਛਾ, ਤੇ ਦੁੱਧ ਕਿੰਨਾ ਦੇ ਰਹੀ ਹੈ ਇੱਕ ਟਾਈਮ ਦਾ ਇਹ ਦੁੱਧ ਸਾਰੇ ਪਹਿਲੇ ਸਟਾਰਟ ਦੇ ਵਿੱਚ ਤਾਂ ਮਾਸ਼ਾਅੱਲਾ ਕੋਈ 4 ਕਿਲੋ 4.5 ਕਿਲੋ ਇੱਕ ਟਾਈਮ ਦਾ ਸੀਗਾ, ਲੇਕਿਨ ਹੁਣ ਇਹਦਾ ਦੁੱਧ ਘਟ ਗਿਆ ਥੋੜ੍ਹਾ ਜਿਹਾ, ਕਿਉਂਕਿ ਇਹਨੂੰ ਕੋਈ 6 ਮਹੀਨੇ ਸੂਈ ਨਹੀਂ ਹੋ ਗਏ, ਅੱਗੋਂ ਵੀ ਮਾਸ਼ਾਅੱਲਾ ਸੋਨੇ ਵਾਲੀ ਹੈ। ਸਹੀ ਪ੍ਰੈਗਨੈਂਸੀ 'ਚ? ਹਾਂਜੀ ਪ੍ਰੈਗਨੈਂਸੀ ਹੈ। ਸਹੀ ਹੋ ਗਿਆ। ਤੇ ਉਹ ਜਿਹੜੇ ਵੱਛੇ ਆਪਣੇ ਆ ਕੱਟੇ ਨੇ, ਇਹ ਕਿੰਨੇ ਦੇ ਲੈਣ ਤੁਸੀਂ? ਕੱਟੇ ਸਰ ਸਾਰੇ 40 ਤੋਂ 45 ਦੇ ਵਿੱਚ ਹੀ ਆ, ਕੋਈ 42 ਹੈ, ਕੋਈ 40 ਹੈ, ਕੋਈ 45। ਮਾਸ਼ਾਅੱਲਾ ਸੋਹਣੇ ਨੇ, ਇਕੱਠੇ ਸਾਫ ਸੁਥਰੇ ਨੇ ਤੁਹਾਡੇ। ਤੇ ਤੁਸੀਂ ਕੋਈ ਮੁਲਾਜ਼ਮ ਵਗੈਰਾ ਵੀ ਰੱਖਿਆ ਜਾਂ ਆਪ ਹੀ ਮੈਨੇਜ ਕਰ ਰਹੇ ਹੋ? ਸਰ ਮੁਲਾਜ਼ਮ ਰੱਖਿਆ ਸੀ, ਮੁਲਾਜ਼ਮਾਂ ਤੇ ਬਸ ਨਹੀਂ ਛੱਡਿਆ ਜਾਂਦਾ। ਕੁਛ ਮੁਲਾਜ਼ਮ ਨੇ 1 ਮਹੀਨਾ ਹੀ ਕੱਢਿਆ ਤੇ ਉਹ ਨੱਠ ਗਿਆ, ਅੱਗੋਂ ਫਿਰ ਦੂਸਰਾ ਆਇਆ, ਉਹ ਵੀ ਥੋੜ੍ਹਾ ਬਹੁਤ ਅਰਸਾ ਹੀ ਕੱਢਿਆ, ਉਹ ਵੀ ਨੱਠ ਗਿਆ। ਕੁਛ ਤਾਂ ਮੈਨੂੰ ਵੀ ਤਜਰਬਾ ਨਹੀਂ ਸੀ ਮੁਲਾਜ਼ਮ ਨੂੰ ਰੱਖਣ ਦਾ, ਤੇ ਕੁਛ ਬੰਦਾ ਵੀ ਨਵਾਂ ਸੀ ਮੈਂ।
ਹੁਣ ਖੁਦ ਹੀ ਕਰ ਰਹੇ ਹਾਂ ਸਾਰਾ ਟੋਟਲੀ ਕੰਮ। ਕੁਝ ਜਾਨਵਰ ਮੇਰੇ ਕੋਲ ਕੰਮ ਹੈਗੇ, ਇਨਸ਼ਾਅੱਲਾ ਆਇੰਦਾ ਤੋਂ ਇਰਾਦਾ ਹੈ ਕਿ ਮੈਂ ਨਾ ਥੋੜ੍ਹੇ ਜਾਨਵਰ ਵਧਾ ਕੇ ਨਾ ਜੀ ਫਿਰ ਮੈਂ ਬੰਦਾ ਇਨਸ਼ਾਅੱਲਾ ਨਾਲ ਕੋਈ ਪੱਕਾ ਰੱਖਾਂਗੇ। ਤੇ ਤੁਸੀਂ ਸੈਲੇਜ ਦਾ ਕੋਈ ਨਾਲ ਹਿਸਾਬ ਕਿਤਾਬ ਲਾ ਲੈਣਾ ਸੀ, ਉਹਦੇ ਨਾਲ ਜ਼ਰਾ ਆਸਾਨੀ ਹੋ ਜਾਂਦੀ ਕਿਉਂਕਿ ਪੱਠੇ ਡੇਲੀ ਵੰਡਣੇ ਨਹੀਂ ਪੈਂਦੇ, ਲੇਕਿਨ ਸੈਲੇਜ ਦੇ ਨਾਲ ਵੀ ਥੋੜ੍ਹੇ ਪੱਠੇ ਪਾਣੇ ਪੈਂਦੇ ਆ ਕਿਉਂਕਿ ਸਬਜ਼ ਚਾਰੇ ਦਾ ਵਿਟਾਮਿਨ ਏ ਕਾਫੀ ਮਕਦਾਰ 'ਚ ਹੁੰਦਾ ਤੇ ਉਹ ਜ਼ਰੂਰੀ ਹੈ। ਸਰ ਮੈਂ ਇਨਸ਼ਾਅੱਲਾ ਅਨਕਰੀਬ ਸੈਲੇਜ ਦਾ ਸਿਸਟਮ ਕਰਾਂਗਾ। ਕੁਛ ਨਵਾਂ ਹੋਣ ਦੀ ਵਜ੍ਹਾ ਨਾਲ ਕੁਛ ਜਗ੍ਹਾ ਦੀਆਂ ਕਮੀਆਂ ਦੀ ਮਜਬੂਰੀ ਬਣ ਗਈ, ਤੇ ਕੁਛ ਬੰਦਾ ਨਾ ਹੋਣ ਦੀ ਵਜ੍ਹਾ ਨਾਲ ਮਜਬੂਰੀ ਬਣ ਗਈ। ਕੁਛ ਜਿਹੜਾ ਕਿ ਯਾਨੀ ਕਿ ਸਾਡੇ ਕੋਲ ਜ਼ਰਈ ਰਕਬਾ ਕੰਮ ਰੱਖਿਆ ਸੀ, ਇਨਸ਼ਾਅੱਲਾ ਆਇੰਦਾ ਸਾਲ ਤੋਂ ਜ਼ਿਆਦਾ ਵੀ ਰੱਖਾਂਗੇ ਤੇ ਫਿਰ ਇਨਸ਼ਾਅੱਲਾ ਆਪਾਂ ਸੈਲੇਜ ਦਾ ਕੰਮ ਵੀ ਸ਼ੁਰੂ ਕਰਨਾ। ਸੈਲੇਜ ਬਹੁਤ ਆਸਾਨੀਆਂ ਪੈਦਾ ਕਰਦਾ, ਉਹਦੇ ਵਿੱਚ ਸਭ ਤੋਂ ਵੱਡੀ ਆਸਾਨੀ ਕਿ ਰੋਜ਼ ਪੱਠੇ ਵੱਢਣਾ, ਰੋਜ਼ ਜ਼ਲਾਲਤ ਯਾਨੀ ਕਿ ਉਹ ਕੰਮ ਹੋ ਜਾਂਦੀ ਹੈ। ਚਲੋ ਪੈ ਚੁੱਕ ਕੇ ਪਾ ਦਿੱਤੇ, ਸਭ ਵਿਚਾਰਾ ਹਫ਼ਤੇ 'ਚ 2 ਦਿਨ ਉਹ ਪਾ ਦਿੱਤਾ, ਬਾਕੀ ਕੋਈ 6-7 ਦਿਨ ਉਹ ਦੂਸਰਾ ਪਾ ਦਿੱਤਾ, ਇਸ ਤਰ੍ਹਾਂ ਚੱਲਾਂਗੇ ਇਨਸ਼ਾਅੱਲਾ। ਸਹੀ, ਜ਼ਬਰਦਸਤ। ਯਾਨੀ ਕਿ ਤੁਸੀਂ ਹੁਣ ਇਹ ਸਮਝਦੇ ਹੋ ਕਿ ਬਿਹਤਰੀਨ ਡੇਅਰੀ ਦਾ ਕੰਮ ਜਾਂ ਕੈਟਲ ਦਾ ਕੰਮ ਜਿਹੜਾ ਵੱਛਿਆਂ ਕੱਟਿਆਂ ਦਾ ਜਾਂ ਦੁੱਧ ਦਾ ਹੋ ਗਿਆ ਜਾਂ ਬੱਕਰੀ ਦਾ ਹੋ ਗਿਆ, ਯਾਨੀ ਕਿ ਇੱਕ ਅੱਛੇ ਨਜ਼ਰ ਨਾਲ ਦੇਖ ਰਹੇ ਹੋ ਕੰਮ ਨੂੰ। ਬਸ ਜੀ ਮੈਂ ਤਾਂ ਇਹ ਕਹਾਂਗਾ ਜਿਹੜਾ ਬੰਦਾ ਸ਼ੌਕ ਨਾਲ ਕੰਮ ਕੋਈ ਵੀ ਕੀਤਾ ਜਾਵੇ, ਭਾਵੇਂ ਜਾਨਵਰਾਂ ਦਾ ਡੇਅਰੀ ਦਾ ਤੇ ਭਾਵੇਂ ਕੋਈ ਦੂਸਰਾ, ਉਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਫਿਟ ਵੀ ਆਉਂਦਾ ਔਰ ਅੱਲਾ ਖੈਰ ਸੁੱਖ ਰੱਖੇ, ਉਹ ਬੰਦਾ ਦਿਲਚਸਪੀ ਨਾਲ ਕੰਮ ਵੀ ਅੱਛੇ ਤਰੀਕੇ ਨਾਲ ਕਰਦਾ। ਜਿਹੜਾ ਬੰਦਾ ਮਜਬੂਰੀ ਨਾ ਕਰੇ ਉਹਦੇ 'ਚ ਕੁਛ ਨਹੀਂ, ਇਹ ਕਿ ਸ਼ੌਕ ਨਾਲ ਹੀ ਕਰਨ ਵਾਲਾ ਬੰਦਾ ਕਿਹਨੂੰ ਕਰੇ ਬਿਹਤਰ ਆ। ਸਾਊਦੀ ਦੇ ਵਿੱਚ ਜਿਹੜੇ ਦੂਸਰੇ ਤੁਹਾਡੇ ਯਾਰ ਦੋਸਤ ਬੈਠੇ ਨੇ, ਕੀ ਮਸ਼ਵਰਾ ਦਿੰਦੇ ਉਹਨਾਂ ਨੂੰ? ਸਰ ਅਸੀਂ ਤਾਂ ਇਹੀ ਕਹਾਂਗੇ ਕਿ ਪਾਕਿਸਤਾਨ ਦੇ ਵਿੱਚ ਕੁਛ ਵੀ ਆ ਕੇ ਕੀਤਾ ਜਾਵੇ, ਰੋਜ਼ੀ ਅਲਹਮਦੁਲਿਲਾ ਅੱਲਾਹ ਪਾਕ ਦਿੰਦੇ ਆ, ਲੇਕਿਨ ਆਪਣੇ ਏਰੀਆ ਦੇ ਹਿਸਾਬ ਨਾਲ ਕੀਤਾ ਜਾਵੇ। ਅਗਰ ਕੋਈ ਵੱਡਾ ਸ਼ਹਿਰ ਹੈ ਲਾਹੌਰ, ਕਰਾਚੀ ਜਾਂ ਇਸਲਾਮਾਬਾਦ ਵਗੈਰਾ, ਉੱਥੇ ਕਾਰੋਬਾਰ ਵੀ ਕੀਤਾ ਜਾਵੇ, ਕੋਈ ਮਸਲਾ ਨਹੀਂ। ਲੇਕਿਨ ਕੋਈ ਛੋਟਾ ਸ਼ਹਿਰ ਹੈ ਜ਼ਰਈ ਏਰੀਆ ਤੋਂ, ਉਹਦੇ ਵਿੱਚ ਭਾਵੇਂ ਜ਼ਰਾਤ ਦੇ ਕਿਸਮ ਨਾਲ ਅਟੈਚ ਹੋ ਜਾਵੇ ਤੇ ਭਾਵੇਂ ਜਾਨਵਰਾਂ ਦਾ ਡੇਅਰੀ ਦਾ ਕੰਮ ਕੀਤਾ ਜਾਵੇ। ਹਾਂਜੀ ਬਿਲਕੁਲ। ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਵੀ ਪਾਕਿਸਤਾਨ ਦੇ ਵਿੱਚ ਦੁੱਧ ਦੀ ਬੜੀ ਕਿੱਲਤ ਆ, ਔਰ ਦੁੱਧ ਤੋਂ ਇਲਾਵਾ ਗੋਸ਼ਤ ਦੀ ਵੀ ਕਿੱਲਤ ਆ ਬਹੁਤ ਜ਼ਿਆਦਾ। ਹਾਂਜੀ ਬੱਕਰੇ ਦਾ ਗੋਸ਼ਤ 800 ਰੁਪਏ ਕਿਲੋ ਆ ਔਰ ਕੱਟੇ ਦਾ ਗੋਸ਼ਤ ਜਿਹੜਾ ਤਕਰੀਬਨ 350-400 ਰੁਪਏ ਕਿਲੋ ਆ। ਦੁੱਧ ਦੀ ਵੀ ਬੜੀ ਇੰਤਹਾਈ ਜ਼ਿਆਦਾ ਕਿੱਲਤ ਹੈ ਕਿ ਸਾਨੂੰ ਖਾਲਸ ਦੁੱਧ ਹੀ ਨਹੀਂ ਮਿਲਦਾ। ਹਾਂਜੀ ਬਿਲਕੁਲ ਜੀ, ਅਲਹਮਦੁਲਿਲਾ ਮੈਂ ਸਟਾਰਟ ਦੇ ਵਿੱਚ ਹੀ ਹੁਣ ਦੁੱਧ ਦੀ ਕਿੱਲਤ ਦੀ ਵਜ੍ਹਾ ਨਾਲ ਇੱਥੇ ਅਲਹਮਦੁਲਿਲਾ ਯਾਨੀ ਕਿ ਮੇਰਾ 60 ਰੁਪਏ ਦੇ ਹਿਸਾਬ ਨਾਲ ਦੁੱਧ ਚੱਲ ਰਿਹਾ, ਤੇ ਅਸੀਂ ਖੁਦ ਵੀ ਘਰ ਪਹਿਲਾਂ ਨਹੀਂ ਸੀ ਇੰਨਾ ਪੀਂਦੇ, ਯਾਨੀ ਕਿ ਹੁਣ ਖੁੱਲਾ ਦੁੱਧ ਅਲਹਮਦੁਲਿਲਾ ਚੱਲ ਰਿਹਾ। ਤੁਸੀਂ ਵੇਚ ਵੀ ਰਹੇ ਹੋ ਦੁੱਧ? ਮੈਂ ਜੀ ਕਿਲੋ 1.5 ਕਿਲੋ ਫਿਲਹਾਲ ਹਲੇ ਨਹੀਂ ਇੰਨਾ, ਕਿਉਂਕਿ ਮੇਰੇ ਕੋਲ ਇੱਕ ਹੀ ਜਾਨਵਰ ਆ ਦੁੱਧ ਵਾਲਾ, ਬਾਕੀ ਸਾਰੇ ਕੱਟੇ ਬੱਚੇ ਹੀ ਆ। ਇਹ ਸਿਰਫ ਆਪਣੇ ਇਸਤੇਮਾਲ ਲਈ ਰੱਖਿਆ, ਆਪਣੇ ਘਰ ਵਾਸਤੇ। ਠੀਕ ਹੋ ਗਿਆ ਰਾਸ਼ਿਦ ਸਾਹਿਬ, ਬਹੁਤ ਮਿਹਰਬਾਨੀ, ਸ਼ੁਕਰੀਆ। ਓਕੇ ਸਰ, ਅੱਲਾ ਹਾਫਿਜ਼।